बंदे सुन के आ यीशु दी आवाज़। देवेगा यीशु नजात तो पापी बंदे सुन के आ यीशु दी आवाज़। तो पापी बंदे सुन के आ यीशु दी जाबो नाले लेके रोज तेरी उड़ीक ले खड़ा। लेके आ जाबो नाले लेके रोज तेरी उड़ीक ले खड़ा। करके क्षमा करके क्षमा देगा। वक्त सुनहरी ना गवा तो पापी बंदे सुन के आ यीशु दी आवाज़। तो पापी बंदे सुन के आ यीशु दी आवाज़। देवेगा यीशु नजात तो पापी बंदे सुन के आ यीशु दी आवाज़। तो पापी बंदे सुन के आ यीशु दी आवाज़। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਪਿਆਰੇ ਭੈਣੋ ਤੇ ਭਰਾਓ, ਅੱਜ ਅਸੀਂ ਪਾਕਮਾ ਕਲੀਸਿਆ ਨਾਲ ਮਿਲ ਕੇ ਮਾਂ ਮਰੀਮ ਦਾ ਸੰਤਨੀ ਬਰਨਤ ਨੂੰ ਦਰਸ਼ਨ ਦੇਣ ਦੀ ਈਦ ਮਨਾ ਰਹੇ ਹਾਂ। ਅੱਜ ਦੇ ਹੀ ਦਿਨ 11 ਫਰਵਰੀ 1858 ਵਿੱਚ ਲੁਰਦਸ ਵਿਖੇ ਮਾਂ ਮਰੀਮ ਨੇ ਇੱਕ ਛੋਟੀ ਜਿਹੀ ਬੱਚੀ ਬਰਨਾਦਿਤ ਨੂੰ ਦਰਸ਼ਨ ਦਿੱਤੇ ਅਤੇ ਉਸ ਨੂੰ ਰੂਹਾਂ ਦੇ ਬਚਾਵ ਦੇ ਲਈ ਪ੍ਰਾਰਥਨਾ ਕਰਨ ਲਈ ਕਿਹਾ ਤੇ ਪ੍ਰਾਰਥਨਾ ਕਰਨ ਦਾ ਉੱਤਮ ਅਤੇ ਆਸਾਨ ਤਰੀਕਾ ਰੋਜ਼ੀ ਪੜ੍ਹਨ ਦਾ ਦੱਸਿਆ। ਇਸ ਤਰੀਕੇ ਨਾਲ ਬਰਨਾਦਿਤ ਨੇ ਰੋਜ਼ੀ ਪੜ੍ਹ ਕੇ ਤੇ ਮਾਂ ਮਰੀਮ ਦੇ ਸਿਫਾਰਿਸ਼ ਰਾਹੀਂ ਖੁਦਾ ਦੀਆਂ ਬਹੁਤ ਸਾਰੀਆਂ ਬਰਕਤਾਂ ਹਾਸਲ ਕੀਤੀਆਂ। ਲੁਰਦਸ ਵਿਖੇ ਉਸੇ ਹੀ ਜਗ੍ਹਾ ਤੇ ਇੱਕ ਬਹੁਤ ਵੱਡਾ ਗਿਰਜਾ ਬਣਿਆ ਤੇ ਜਿੰਨੇ ਵੀ ਲੋਕ ਲੁਰਦਸ ਜਾਂਦੇ ਹਨ ਮਾਂ ਮਰੀਮ ਦੀਆਂ ਅਣਗਿਣਤ ਬਰਕਤਾਂ ਹਾਸਲ ਕਰਕੇ ਆਉਂਦੇ ਹਨ। ਸਿਰਫ ਲੁਰਦਸ ਹੀ ਨਹੀਂ, ਮਾਂ ਮਰੀਮ ਨੇ ਹੁਣ ਤੱਕ ਬਹੁਤ ਸਾਰੇ ਵੱਖ-ਵੱਖ ਥਾਵਾਂ ਵਿੱਚ, ਵੱਖ-ਵੱਖ ਦੇਸ਼ਾਂ ਵਿੱਚ, ਵੱਖ-ਵੱਖ ਰੂਪਾਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਦਰਸ਼ਨ ਦਿੱਤੇ ਹਨ ਅਤੇ ਉਹਨਾਂ ਨੂੰ ਇਹੀ ਕਿਹਾ ਹੈ ਕਿ ਉਹ ਰੂਹਾਂ ਦੇ ਬਚਾਵ ਦੇ ਲਈ ਪ੍ਰਾਰਥਨਾ ਕਰਨ। ਅਤੇ ਆਸਾਨ ਤਰੀਕਾ ਇਹ ਹੈ ਕਿ ਰੋਜ਼ੀ ਮਾਲਾ ਪੜ੍ਹਨ ਦੇ ਰਾਹੀਂ ਅਸੀਂ ਰੂਹਾਂ ਦੇ ਲਈ ਵੀ ਪ੍ਰਾਰਥਨਾ ਕਰੀਏ ਅਤੇ ਸਾਡੇ ਨਾਲ ਜੋ ਭੈਣ ਭਰਾ ਹਨ ਉਹਨਾਂ ਦੀ ਮੁਕਤੀ ਲਈ ਵੀ ਪ੍ਰਾਰਥਨਾ ਕਰੀਏ। ਆਓ ਅਸੀਂ ਆਪਣੀਆਂ ਸਾਰੀਆਂ ਮਿੰਨਤਾਂ ਦੁਆਵਾਂ ਅੱਜ ਇਸ ਪਾਕ ਮਾਂ ਦੀ ਕੁਰਬਾਨੀ ਵਿੱਚ ਮਾਂ ਮਰੀਮ ਦੀ ਸਿਫਾਰਿਸ਼ ਮੰਗਦਿਆਂ ਖੁਦਾ ਬਾਪ ਦੇ ਚਰਨਾਂ ਵਿੱਚ ਸੌਂਪੀਏ ਤਾਂ ਜੋ ਖੁਦਾ ਦੀ ਮਿਹਰ ਹਮੇਸ਼ਾ ਸਾਡੇ ਉੱਤੇ ਬਰਕਰਾਰ ਰਹੇ। ਇਹਨਾਂ ਪਵਿੱਤਰ ਭੇਦਾਂ ਨੂੰ ਯੋਗ ਢੰਗ ਨਾਲ ਮਨਾਉਣ ਲਈ ਆਓ ਅਸੀਂ ਆਪਣੇ ਆਪ ਦੀ ਤਿਆਰੀ ਕਰੀਏ। ਇੱਕ ਵਾਰ ਫਿਰ ਕੀਤੇ ਸਾਰੀਆਂ ਗਲਤੀਆਂ ਗੁਨਾਹਾਂ ਨੂੰ ਜੋ ਹੁਣ ਤੱਕ ਕੀਤੇ ਹਨ, ਇਸ ਸਮੇਂ ਤੱਕ ਕੀਤੇ ਹਨ, ਉਹਨਾਂ ਸਾਰੀ ਗਲਤੀਆਂ ਗੁਨਾਹਾਂ ਲਈ ਸੱਚੇ ਦਿਲ ਨਾਲ ਪਛਤਾਵਾ ਕਰਦੇ ਪ੍ਰਭੂ ਕੋਲ ਮਾਫੀ ਮੰਗੀਏ ਅਤੇ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ
ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਮਿਹਰਬਾਨ ਖੁਦਾ, ਸਾਰੀਆਂ ਕਮਜ਼ੋਰੀਆਂ ਵਿੱਚ ਸਾਡੀ ਮਦਦ ਕਰ। ਅਸੀਂ ਜੋ ਖੁਦਾ ਦੀ ਬੇਦਾਗ ਮਾਂ ਮਰੀਮ ਦੀ ਯਾਦ ਮਨਾਉਂਦੇ ਹਾਂ, ਉਸ ਦੀ ਸਿਫਾਰਿਸ਼ ਰਾਹੀਂ ਆਪਣੀਆਂ ਕਮਜ਼ੋਰੀਆਂ ਉੱਤੇ ਫਤਿਹ ਪਾ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ, ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ। ਆਮੀਨ। ਪਹਿਲਾ ਪਾਠ ਯਸ਼ਾਇਆ ਦੀ ਪੁਸਤਕ ਵਿੱਚੋਂ 66 ਬਾਬ 10 ਤੋਂ 14 ਆਇਤ ਤੱਕ। ਤੁਸੀਂ ਜੋ ਯਰੂਸ਼ਲਮ ਨੂੰ ਪਿਆਰ ਕਰਦੇ ਹੋ, ਉਸ ਦੇ ਨਾਲ ਮਿਲ ਕੇ ਖੁਸ਼ੀ ਕਰੋ। ਤੁਸੀਂ ਜੋ ਉਸ ਦੇ ਲਈ ਸੋਗ ਕਰਦੇ ਹੋ, ਉਸ ਦੇ ਲਈ ਆਨੰਦਿਤ ਹੋਵੋ। ਤੁਸੀਂ ਉਸ ਦੀ ਖੁਸ਼ਹਾਲੀ ਨੂੰ ਉਸੇ ਤਰ੍ਹਾਂ ਮਾਣੋਗੇ ਜਿਸ ਤਰ੍ਹਾਂ ਬੱਚਾ ਆਪਣੀ ਮਾਂ ਦਾ ਦੁੱਧ ਚੁੰਘਦਾ ਹੈ। ਪ੍ਰਭੂ ਕਹਿੰਦਾ ਹੈ, ਤੁਹਾਨੂੰ ਨਾ ਖਤਮ ਹੋਣ ਵਾਲੀ ਖੁਸ਼ਹਾਲੀ ਦੇਵੇਗਾ। ਕੌਮਾਂ ਦੀ ਸੰਪਤੀ ਤੁਹਾਡੇ ਵੱਲ ਉਸ ਦਰਿਆ ਦੇ ਪਾਣੀ ਵਾਂਗ ਵਗੇਗੀ ਜੋ ਕਦੀ ਸੁੱਕਦਾ ਨਾ ਹੋਵੇ। ਤੁਸੀਂ ਉਸ ਬੱਚੇ ਦੇ ਵਾਂਗ ਹੋਵੋਗੇ ਜਿਸ ਦੀ ਪਾਲਣਾ ਪੋਸ਼ਣ ਉਸ ਦੀ ਮਾਂ ਨੇ ਆਪਣੀਆਂ ਬਾਹਾਂ ਵਿੱਚ ਲੈ ਕੇ ਬੜੇ ਪਿਆਰ ਨਾਲ ਕੀਤੀ ਹੋਵੇ। ਮੈਂ ਤੁਹਾਨੂੰ ਯਰੂਸ਼ਲਮ ਵਿੱਚ ਉਸੇ ਤਰ੍ਹਾਂ ਤਸੱਲੀ ਦੇਵਾਂਗਾ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਤਸੱਲੀ ਦਿੰਦੀ ਹੈ। ਜਦੋਂ ਤੁਸੀਂ ਇਹ ਹੁੰਦਾ ਦੇਖੋਗੇ ਤਾਂ ਤੁਸੀਂ ਖੁਸ਼ ਹੋਵੋਗੇ ਅਤੇ ਇਸ ਨਾਲ ਤੁਹਾਨੂੰ ਸ਼ਕਤੀ ਅਤੇ ਸਿਹਤ ਮਿਲੇਗੀ। ਤਦ ਤੁਸੀਂ ਇਹ ਵੀ ਜਾਣ ਜਾਵੋਗੇ ਕਿ ਮੈਂ ਪ੍ਰਭੂ ਆਪਣੇ ਆਗਿਆਕਾਰੀ ਦੀ ਮਦਦ ਕਰਦਾ ਅਤੇ ਆਪਣੇ ਵੈਰੀਆਂ ਉੱਤੇ ਕ੍ਰੋਧਿਤ ਹੁੰਦਾ ਹਾਂ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। Oh
भटकों को राह पर लाएंगे, प्यारे यीशु का नाम बताएंगे। घर घर में अंजीर सुनाएंगे, प्यारे यीशु का नाम बताएंगे, प्यारे यीशु का नाम बताएंगे। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸਨ ਯਹੋਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 2 ਅਧਿਆਇ 1 ਤੋਂ 11 ਆਇਤ। ਤੀਸਰੇ ਦਿਨ ਗਲੀਲ ਦੇ ਕਾਨਾ ਪਿੰਡ ਵਿੱਚ ਇੱਕ ਵਿਆਹ ਸੀ ਅਤੇ ਯਿਸੂ ਦੀ ਮਾਤਾ ਉੱਥੇ ਸੀ। ਯਿਸੂ ਵੀ ਆਪਣੇ ਚੇਲਿਆਂ ਸਣੇ ਵਿਆਹ ਵਿੱਚ ਸੱਦਿਆ ਹੋਇਆ ਸੀ। ਜਦੋਂ ਅੰਗੂਰੀ ਮੈਲ ਮੁੱਕ ਗਈ ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਕਿਹਾ, ਉਹਨਾਂ ਦੇ ਕੋਲ ਅੰਗੂਰੀ ਮੈਲ ਨਹੀਂ ਹੈ। ਯਿਸੂ ਨੇ ਉਸ ਨੂੰ ਕਿਹਾ, ਬੀਬੀ, ਮੈਨੂੰ ਅਤੇ ਤੁਹਾਨੂੰ ਕੀ, ਅਜੇ ਮੇਰਾ ਵੇਲਾ ਨਹੀਂ ਆਇਆ। ਉਸ ਦੀ ਮਾਤਾ ਨੇ ਸੇਵਕਾਂ ਨੂੰ ਕਿਹਾ, ਜੋ ਕੁਝ ਉਹ ਤੁਹਾਨੂੰ ਕਹੇ ਸੋ ਤੁਸੀਂ ਕਰਨਾ। ਹੁਣ ਉੱਥੇ ਯਹੂਦੀਆਂ ਦੇ ਸ਼ੁੱਧੀਕਰਨ ਦੀ ਰੀਤ ਅਨੁਸਾਰ ਪੱਥਰ ਦੇ 6 ਮੱਟ ਪਏ ਹੋਏ ਸਨ ਅਤੇ ਹਰ ਵਿੱਚ 100-150 ਲੀਟਰ ਪਾਣੀ ਪੈ ਸਕਦਾ ਸੀ। ਯਿਸੂ ਨੇ ਉਹਨਾਂ ਨੂੰ ਕਿਹਾ, ਇਹਨਾਂ ਮੱਟਾਂ ਨੂੰ ਪਾਣੀ ਨਾਲ ਭਰ ਦਿਓ। ਸੇਵਕਾਂ ਨੇ ਉਹਨਾਂ ਨੂੰ ਮੂੰਹੋਂ ਮੂੰਹ ਭਰ ਦਿੱਤਾ। ਉਸ ਨੇ ਉਹਨਾਂ ਨੂੰ ਕਿਹਾ, ਹੁਣ ਥੋੜ੍ਹਾ ਜਿਹਾ ਕੱਢ ਕੇ ਭੋਜ ਦੇ ਪ੍ਰਧਾਨ ਕੋਲ ਲੈ ਜਾਵੋ। ਇਸ ਲਈ ਉਹ ਲੈ ਗਏ। ਜਦੋਂ ਭੋਜ ਦੇ ਪ੍ਰਧਾਨ ਨੇ ਹੁਣ ਅੰਗੂਰੀ ਮੈਲ ਬਣੇ ਹੋਏ ਪਾਣੀ ਨੂੰ ਚੱਖਿਆ ਅਤੇ ਉਹ ਨਹੀਂ ਜਾਣਦਾ ਸੀ ਕਿ ਇਹ ਕਿੱਥੋਂ ਆਇਆ ਹੈ, ਪਰ ਸੇਵਕ ਜਾਣਦੇ ਸਨ ਜਿਨ੍ਹਾਂ ਨੇ ਪਾਣੀ ਕੱਢਿਆ ਸੀ। ਤਾਂ ਭੋਜ ਦੇ ਪ੍ਰਧਾਨ ਨੇ ਲਾੜੇ ਨੂੰ ਬੁਲਾਇਆ ਅਤੇ ਕਿਹਾ, ਹਰ ਕੋਈ ਪਹਿਲਾਂ ਵਧੀਆ ਅੰਗੂਰੀ ਮੈਲ ਪਰੋਸਦਾ ਹੈ ਅਤੇ ਜਦੋਂ ਲੋਕਾਂ ਨੇ ਰੱਜ ਕੇ ਪੀ ਲਈ ਹੋਵੇ ਤਦ ਘਟੀਆ, ਪਰ ਤੁਸੀਂ ਹੁਣ ਤੱਕ ਵਧੀਆ ਅੰਗੂਰੀ ਮੈਲ ਰੱਖ ਛੱਡੀ ਹੈ। ਇਹ ਯਿਸੂ ਦੇ ਨਿਸ਼ਾਨਾਂ ਵਿੱਚੋਂ ਪਹਿਲਾ ਉਸ ਨੇ ਗਲੀਲ ਦੇ ਕਾਨਾ ਵਿੱਚ ਵਿਖਾਇਆ ਅਤੇ ਆਪਣੀ ਮਹਿਮਾ ਪ੍ਰਗਟ ਕੀਤੀ ਅਤੇ ਉਸ ਦੇ ਚੇਲਿਆਂ ਨੇ ਉਸ ਉੱਤੇ ਈਮਾਨ ਲਿਆਂਦਾ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਦੇ ਪਿਆਰੇ ਭੈਣੋ ਤੇ ਭਰਾਓ, ਅੱਜ ਅਸੀਂ ਲੁਰਦਸੀ ਮਾਤਾ ਮਰੀਮ ਦੀ ਈਦ ਮਨਾ ਰਹੇ ਹਾਂ। ਅਸੀਂ ਕਲਪਨਾ ਕਰੀਏ ਕਿ ਹੁਣ ਤੋਂ ਲਗਭਗ 162 ਜਾਂ 63 ਸਾਲ ਪਹਿਲਾਂ 11 ਫਰਵਰੀ 1858 ਵਿੱਚ ਫਰਾਂਸ ਦੇ ਲੁਰਦਸ ਨਗਰ ਵਿੱਚ ਮਾਂ ਮਰੀਮ ਨੇ ਬਰਨਾਦਿਤ ਨੂੰ ਪਹਿਲੀ ਵਾਰ ਆਪਣੇ ਦਰਸ਼ਨ ਦਿੱਤੇ ਸਨ। ਸਿਰਫ ਬਰਨਾਦਿਤ ਨੂੰ ਹੀ ਨਹੀਂ, ਬਰਨਾਦਿਤ ਤੋਂ ਪਹਿਲਾਂ ਵੀ ਮਾਂ ਮਰੀਮ ਨੇ ਆਪਣੇ ਆਪ ਨੂੰ ਬਹੁਤ ਸਾਰੇ ਲੋਕਾਂ ਉੱਤੇ ਪ੍ਰਗਟ ਕੀਤਾ ਅਤੇ ਮਾਂ ਮਰੀਮ ਸਿਰਫ ਇਹਨਾਂ ਲੋਕਾਂ ਤੋਂ ਇਸੇ ਹੀ ਗੱਲ ਦੀ ਮੰਗ ਕਰਦੀ ਆ ਰਹੀ ਹੈ ਕਿ ਜਿਸ ਤਰ੍ਹਾਂ ਉਹ ਤੁਹਾਨੂੰ ਕਹੇ ਸੋ ਤੁਸੀਂ ਕਰਨਾ। ਯਾਨੀ ਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਤੁਹਾਨੂੰ ਕਹਿ ਰਿਹਾ ਹੈ, ਪ੍ਰਭੂ ਯਿਸੂ ਦਾ ਵਚਨ ਤੁਹਾਨੂੰ ਕਹਿ ਰਿਹਾ ਹੈ, ਪ੍ਰਭੂ ਦੇ ਨਿਯਮ ਅਤੇ ਹੁਕਮ ਤੁਹਾਨੂੰ ਕਹਿ ਰਹੇ ਹਨ, ਉਸੇ ਤਰ੍ਹਾਂ ਹੀ ਕਰੋ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਡੇ ਵਿੱਚ ਜੋ ਕਮੀਆਂ ਹਨ ਜਾਂ ਕੋਈ ਵੀ ਘਾਟਾ ਹਨ, ਕੋਈ ਵੀ ਥੋੜਾ ਹੈ, ਇਹ ਸਾਰਾ ਕੁਝ ਪੂਰਾ ਹੋ ਜਾਵੇਗਾ। ਜੋ ਵੀ ਸਮੱਸਿਆ ਹੈ ਉਹ ਦੂਰ ਹੋ ਜਾਵੇਗੀ। ਸਿਰਫ ਵਿਸ਼ਵਾਸ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਸਾਡੇ ਵਿੱਚ ਇੱਕ ਰੀਤ ਹੈ, ਜਦੋਂ ਸਾਡੇ ਜੀਵਨ ਵਿੱਚ ਕੋਈ ਦੁੱਖ ਮੁਸੀਬਤ ਆਉਂਦਾ ਹੈ ਜਾਂ ਕੋਈ ਵੀ ਗੱਲ ਹੁੰਦੀ ਹੈ ਤਾਂ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਹਰ ਵਾਰੀ ਪ੍ਰਾਰਥਨਾ ਕਰਨ ਲਈ ਪੁੱਛਦੇ ਹਾਂ। ਅਸੀਂ ਕਹਿੰਦੇ ਹਾਂ, ਫਾਦਰ ਜੀ ਸਾਡੇ ਲਈ ਪ੍ਰਾਰਥਨਾ ਕਰੋ, ਜਾਂ ਸਿਸਟਰ ਜੀ ਸਾਡੇ ਲਈ ਪ੍ਰਾਰਥਨਾ ਕਰੋ, ਜਾਂ ਬਾਊ ਜੀ, ਜਾਂ ਹੋ ਕੋਈ ਵੀ ਭੈਣ ਭਰਾ ਜੋ ਗਿਰਜੇ ਜਾ ਰਿਹਾ ਹੈ, ਜਾਂ
ਬੰਦਗੀ ਵਿੱਚ ਜਾ ਰਿਹਾ ਹੈ, ਪਾਕਮਾਸ ਵਿੱਚ ਜਾ ਰਿਹਾ ਹੈ। ਇਹੋ ਜਿਹੇ ਸਾਰੇ ਭੈਣਾਂ ਭਰਾਵਾਂ ਤੋਂ ਅਸੀਂ ਆਪਣੇ ਲਈ ਪ੍ਰਾਰਥਨਾ ਦੀ ਮੰਗ ਕਰਦੇ ਹਾਂ। ਤੇ ਜਦੋਂ ਅਸੀਂ ਪ੍ਰਾਰਥਨਾ ਦੀ ਮੰਗ ਕਰਦੇ ਹਾਂ, ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਲਈ ਬਰਕਤਾਂ ਲੈ ਕੇ ਆਓ। ਸਿਰਫ ਅਸੀਂ ਇੱਕ ਵਿਸ਼ਵਾਸ ਪ੍ਰਗਟ ਕਰਦੇ ਹਾਂ ਕਿ ਇਹ ਸਾਡੇ ਜੋ ਭੈਣ ਭਰਾ ਆ ਸਾਡੇ ਲਈ ਖੁਦਾ ਅੱਗੇ ਪ੍ਰਾਰਥਨਾ ਕਰਨਗੇ, ਯਾਨੀ ਕਿ ਸਾਡੇ ਲਈ ਖੁਦਾ ਅੱਗੇ ਸਿਫਾਰਿਸ਼ ਕਰਨਗੇ ਅਤੇ ਇਹਨਾਂ ਦੀ ਸਿਫਾਰਿਸ਼ ਜਾਂ ਪ੍ਰਾਰਥਨਾ ਦੇ ਰਾਹੀਂ ਖੁਦਾ ਸਾਨੂੰ ਵੀ ਬਰਕਤ ਦੇਵੇਗਾ। ਪਿਆਰਿਓ, ਇਹ ਜੋ ਸਿਫਾਰਿਸ਼ ਮੰਗਣ ਦਾ ਕੰਮ ਹੈ ਜਾਂ ਕਿਸੇ ਤੋਂ ਪ੍ਰਾਰਥਨਾ ਦੀ ਮੰਗ ਕਰਨ ਦਾ ਕੰਮ ਹੈ, ਇਹ ਅਸੀਂ ਕਿਸੇ ਤੋਂ ਵੀ ਕਰ ਸਕਦੇ ਹਾਂ। ਯਾਨੀ ਕਿ ਉਹਨਾਂ ਲੋਕਾਂ ਤੋਂ ਜੋ ਇਸ ਧਰਤੀ ਤੇ ਰਹਿ ਰਹੇ ਆ, ਜੋ ਜਿਉਂਦੇ ਆ, ਅਸੀਂ ਉਹਨਾਂ ਲੋਕਾਂ ਤੋਂ ਵੀ ਪ੍ਰਾਰਥਨਾ ਦੀ ਮੰਗ ਕਰ ਸਕਦੇ ਹਾਂ, ਸਿਫਾਰਿਸ਼ ਦੀ ਮੰਗ ਕਰ ਸਕਦੇ ਹਾਂ ਜੋ ਸਾਡੇ ਤੋਂ ਪਹਿਲਾਂ ਸਵਰਗ ਪਹੁੰਚ ਚੁੱਕੇ ਆ। ਇਸ ਗੱਲ ਨੂੰ ਯਾਦ ਰੱਖਣਾ ਕਿ ਜੋ ਸਾਡੇ ਤੋਂ ਪਹਿਲਾਂ ਸਵਰਗ ਪਹੁੰਚ ਚੁੱਕੇ ਆ, ਜਿਹਨਾਂ ਨੂੰ ਅਸੀਂ ਸੰਤ ਕਹਿੰਦੇ ਆ, ਸੰਤਨੀਆਂ ਕਹਿੰਦੇ ਆ, ਯਾਨੀ ਕਿ ਸਵਰਗ ਪਹੁੰਚੇ ਹੋਏ ਸਾਰੇ ਸੰਤ ਅਤੇ ਸੰਤਨੀਆਂ, ਸਾਰੇ ਪਾਕ ਲੋਕ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਕਿ ਉਹ ਖੁਦਾ ਦੇ ਘਰ ਵਿੱਚ ਹਨ, ਸਵਰਗ ਵਿੱਚ ਹਨ, ਖੁਦਾ ਦੇ ਸਾਹਮਣੇ ਹਨ, ਅਸੀਂ ਉਹਨਾਂ ਤੋਂ ਵੀ ਪ੍ਰਾਰਥਨਾ ਦੀ ਮੰਗ ਕਰ ਸਕਦੇ ਹਾਂ, ਉਹਨਾਂ ਦੀ ਸਿਫਾਰਿਸ਼ ਦੀ ਮੰਗ ਕਰ ਸਕਦੇ ਹਾਂ ਕਿ ਸੰਤ ਐਂਥਨੀ ਹੋ ਗਿਆ ਜਾਂ ਸੰਤ ਸਬਾਸਟਿਨ ਹੋ ਗਿਆ, ਸੰਤਨੀ ਐਗਨਸ ਹੋ ਗਈ, ਜਾਂ ਕੋਈ ਵੀ ਸੰਤ ਜਾਂ ਸੰਤਨੀ ਹੈ, ਉਹਨਾਂ ਦੀ ਸਿਫਾਰਿਸ਼ ਰਾਹੀਂ ਅਸੀਂ ਖੁਦਾ ਅੱਗੇ ਪ੍ਰਾਰਥਨਾ ਕਰਦੇ ਹਾਂ। ਤੇ ਜਦੋਂ ਅਸੀਂ ਇਸ ਗੱਲ ਤੇ ਧਿਆਨ ਲਾਉਂਦੇ ਹਾਂ ਕਿ ਇਹਨਾਂ ਸਾਰੇ ਲੋਕਾਂ ਦੀ ਜੋ ਸਿਫਾਰਿਸ਼ ਹੈ ਜਾਂ ਜੋ ਪ੍ਰਾਰਥਨਾ ਆ, ਇਹਨਾਂ ਵਿੱਚੋਂ ਸਭ ਤੋਂ ਵੱਧ ਸ਼ਕਤੀਸ਼ਾਲੀ ਸਿਫਾਰਿਸ਼ ਜਾਂ ਪ੍ਰਾਰਥਨਾ ਕਿਸ ਦੀ ਹੋਵੇਗੀ? ਅਸੀਂ ਸੋਚਾਂਗੇ ਸਾਡੇ ਸੰਤ ਪਾਪਾ ਜੋ ਰੋਮ ਵਿੱਚ ਹਨ, ਉਹ ਇਸ ਧਰਤੀ ਤੇ ਹਨ, ਉਹਨਾਂ ਦੀ ਇਸ ਧਰਤੀ ਤੋਂ ਉੱਪਰ ਜੋ ਸਵਰਗ ਵਿੱਚ ਹਨ, ਸਾਡੇ ਤੋਂ ਪਹਿਲਾਂ ਜੋ ਰਸੂਲ ਗਏ ਹਨ ਉੱਥੇ, ਜਾਂ ਨਬੀ ਗਏ ਹਨ ਉੱਥੇ, ਜਾਂ ਫਿਰ ਅਬਰਾਹਮ ਹੋ ਗਿਆ, ਇਸਾਕ ਹੋ ਗਿਆ, ਯਾਕੂਬ ਹੋ ਗਿਆ, ਇਹ ਸਾਰੇ ਜੋ ਉਸ ਸਮੇਂ ਦੇ ਖੁਦਾ ਅੱਗੇ ਪਹੁੰਚਣ ਵਾਲੇ ਇਹ ਸਾਰੇ ਇਨਸਾਨ, ਇਹਨਾਂ ਦੀ ਸਿਫਾਰਿਸ਼ ਸਭ ਤੋਂ ਉੱਤਮ ਜਾਂ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੋਵੇਗੀ। ਉਹ ਹੈ, ਪਰ ਉਹ ਤੋਂ ਵੀ ਜ਼ਿਆਦਾ ਹੈ ਮਾਂ ਮਰੀਮ ਦੇ ਰਾਹੀਂ ਕੀਤੀ ਗਈ ਸਿਫਾਰਿਸ਼ ਜਾਂ ਮਾਂ ਮਰੀਮ ਦੀ ਖੁਦਾ ਅੱਗੇ ਕੀਤੀ ਗਈ ਬੇਨਤੀ। ਅਸੀਂ ਹੁਣੇ ਅੰਜੀਲ ਵਿੱਚ ਸੁਣਿਆ ਕਿ ਮਾਂ ਮਰੀਮ ਨੇ ਪ੍ਰਭੂ ਯਿਸੂ ਸਿਰਫ ਇੰਨਾ ਹੀ ਕਿਹਾ ਕਿ ਉਹਨਾਂ ਦੇ ਕੋਲ ਅੰਗੂਰੀ ਮੈਲ ਨਹੀਂ ਹੈ, ਉਸ ਤੋਂ ਬਾਅਦ ਹੋਰ ਕੁਝ ਨਹੀਂ ਕਿਹਾ ਪ੍ਰਭੂ ਯਿਸੂ ਨੇ। ਪ੍ਰਭੂ ਯਿਸੂ ਦਾ ਅੱਗੇ ਜਵਾਬ ਇਹ ਸੀ ਕਿ ਮਾਤਾ, ਸਾਨੂੰ ਤੇ ਤੁਹਾਨੂੰ ਕੀ, ਮੇਰੇ ਕੋਲ ਕੋਈ ਨਹੀਂ ਆ ਰਿਹਾ। ਇਸ ਪਰਿਵਾਰ ਨੂੰ ਜੇਕਰ ਕੋਈ ਸਮੱਸਿਆ ਹੈ ਤੇ ਇਹਨਾਂ ਨੂੰ ਮੇਰੇ ਕੋਲ ਆਉਣਾ ਚਾਹੀਦਾ ਹੈ। ਇਹ ਮੇਰੇ ਕੋਲ ਨਹੀਂ ਆ ਰਹੇ। ਕਿਉਂ ਨਹੀਂ ਆ ਰਹੇ? ਕਿਉਂਕਿ ਉਹਨਾਂ ਦਾ ਪ੍ਰਭੂ ਯਿਸੂ ਉੱਤੇ ਵਿਸ਼ਵਾਸ ਨਹੀਂ ਹੈ। ਪਰ ਮਾਂ ਮਰੀਮ ਜੋ ਉਸ ਦੇ ਵਿੱਚ ਇੱਕ ਮਾਤਾ ਦੀ ਮਮਤਾ ਹੈ, ਉਹ ਉਸ ਪਰਿਵਾਰ ਦੇ ਪ੍ਰਤੀ ਇੱਕ ਤਰੀਕੇ ਨਾਲ ਜ਼ਾਹਰ ਹੁੰਦੀ ਹੈ। ਉਸ ਪਰਿਵਾਰ ਦੀਆਂ ਜੋ ਕੀ ਕਹਿ ਸਕਦੇ ਹਾਂ ਆਪਾਂ ਲੋੜਾਂ ਹਨ ਜਾਂ ਜ਼ਰੂਰਤਾਂ ਹਨ ਜਾਂ ਕਮੀਆਂ ਹਨ, ਉਹਨਾਂ ਨੂੰ ਉਹ ਪ੍ਰਭੂ ਦੇ ਅੱਗੇ ਪੇਸ਼ ਕਰਦੀ ਹੈ। ਬਸ ਇੰਨਾ ਕੰਮ ਹੀ ਕਰਦੀ ਹੈ। ਕਿਸੇ ਦੀ ਲੋੜ, ਕਿਸੇ ਦੀ ਜ਼ਰੂਰਤ, ਕਿਸੇ ਦੀ ਮੁਸੀਬਤ ਨੂੰ ਮਾਂ ਮਰੀਮ ਕੀ ਕਰਦੀ ਹੈ? ਪ੍ਰਭੂ ਦੇ ਅੱਗੇ ਸਿਰਫ ਪੇਸ਼ ਕਰਦੀ ਹੈ। ਇਸ ਕਰਕੇ ਅਸੀਂ ਮਾਂ ਮਰੀਮ ਦੀ ਕਦੀ ਪੂਜਾ ਨਹੀਂ ਕਰਦੇ। ਅਸੀਂ ਮਾਂ ਮਰੀਮ ਨੂੰ ਇਹ ਨਹੀਂ ਕਹਿੰਦੇ ਮਾਂ ਮਰੀਮ ਸਾਡੇ ਉੱਤੇ ਦਇਆ ਕਰ। ਦਇਆ ਕਰਨ ਦਾ ਕੰਮ ਖੁਦਾ ਦਾ ਹੈ, ਤੋ ਯਿਸੂ ਦਾ ਹੈ। ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਮਾਂ ਮਰੀਮ ਸਾਡੇ ਲਈ ਪ੍ਰਾਰਥਨਾ ਕਰ, ਸਾਡੇ ਲਈ ਸਿਫਾਰਿਸ਼ ਕਰ। ਇਹ ਫਰਕ ਹੋਣਾ ਚਾਹੀਦਾ ਹੈ ਸਾਡੇ ਵਿੱਚ, ਯਾਨੀ ਕੈਥੋਲਿਕ ਲੋਕਾਂ ਵਿੱਚ ਅਤੇ ਉਹਨਾਂ ਵਿੱਚ ਜਿਹੜੇ ਮਾਂ ਮਰੀਮ ਨੂੰ ਬਿਲਕੁਲ ਵੀ ਨਹੀਂ ਮੰਨਦੇ ਮਤਲਬ ਕਿ ਜਿਹੜੀ ਮਾਂ ਮਰੀਮ ਨੂੰ ਉਹੋ ਜਿਹਾ ਰੁਤਬਾ ਪ੍ਰਦਾਨ ਨਹੀਂ ਕਰਦੇ। ਰੁਤਬਾ ਕੀ ਹੈ ਮਾਂ ਮਰੀਮ ਦਾ? ਮਾਂ ਮਰੀਮ ਸਾਰੇ ਸੰਤਾਂ, ਫਰਿਸ਼ਤਿਆਂ, ਨਬੀਆਂ, ਰਸੂਲਾਂ, ਇਹਨਾਂ ਸਾਰਿਆਂ ਤੋਂ ਉੱਪਰ ਹੈ। ਖੁਦਾ ਤੋਂ ਬਾਅਦ ਜੇਕਰ ਕੋਈ ਆਉਂਦਾ ਹੈ ਉਹ ਮਾਂ ਮਰੀਮ ਹੈ। ਸੋ ਖੁਦਾ ਤੋਂ ਤੁਰੰਤ ਬਾਅਦ ਮਾਂ ਮਰੀਮ ਦਾ ਰੁਤਬਾ ਆਉਂਦਾ ਹੈ। ਮਾਂ ਮਰੀਮ ਸਾਰੇ ਸੰਤਾਂ, ਫਰਿਸ਼ਤਿਆਂ, ਸਾਰੇ ਨਬੀਆਂ ਦੀ ਮਹਾਰਾਣੀ, ਸਵਰਗ ਦੀ ਮਹਾਰਾਣੀ ਹੈ। ਇਸ ਕਰਕੇ ਇਹ ਸਾਰੇ ਸੰਤ ਫਰਿਸ਼ਤੇ ਮਾਂ ਮਰੀਮ ਤੋਂ ਥੱਲੇ ਹੈ। ਤੇ ਇਸ ਕਰਕੇ ਮਾਂ ਮਰੀਮ ਦੀ ਕੀਤੀ ਸਿਫਾਰਿਸ਼, ਮਾਂ ਮਰੀਮ ਦੀ ਖੁਦਾ ਦੇ ਅੱਗੇ ਕੀਤੀ ਬੇਨਤੀ ਜਾਂ ਪ੍ਰਾਰਥਨਾ ਵੀ ਇਹਨਾਂ ਸਾਰਿਆਂ ਤੋਂ ਵੱਧ ਸ਼ਕਤੀਸ਼ਾਲੀ ਹੈ। ਇਸ ਕਰਕੇ ਖੁਦਾ ਕਦੀ ਵੀ ਮਾਂ ਮਰੀਮ ਦੀ ਕੀਤੀ ਬੇਨਤੀ ਨੂੰ, ਉਸ ਦੀ ਕੀਤੀ ਸਿਫਾਰਿਸ਼ ਨੂੰ ਕਦੀ ਵੀ ਇਨਕਾਰ ਨਹੀਂ ਕਰਦਾ। ਅੰਜੀਲ ਵਿੱਚ ਆਪਾਂ ਸੁਣਿਆ ਕਿ ਬੇਸ਼ੱਕ ਪ੍ਰਭੂ ਯਿਸੂ ਨੇ ਕਿਹਾ ਕਿ ਮੇਰਾ ਵੇਲਾ ਹਾਲੇ ਤੱਕ ਨਹੀਂ ਆਇਆ। ਮਾਂ ਮਰੀਮ ਦੇ ਕਹਿਣ ਉੱਤੇ ਹੀ ਸ਼ਾਇਦ ਪ੍ਰਭੂ ਯਿਸੂ ਨੇ ਚਮਤਕਾਰ ਕਿਤੇ ਹੋਰ ਕਰਨਾ ਸੀ ਜਾਂ ਹੋਰ ਕਿਸੇ ਵੇਲੇ ਕਰਨਾ ਸੀ,
ਮਾਂ ਮਰੀਮ ਸਿਫਾਰਿਸ਼ ਦੇ ਕਹਿਣ ਤੇ ਪ੍ਰਭੂ ਯਿਸੂ ਕੀ ਕਰਦਾ ਆ, ਉਸ ਬਾਅਦ ਵਿੱਚ ਕੀਤੇ ਜਾਣ ਵਾਲੇ ਚਮਤਕਾਰ ਨੂੰ ਜਾਂ ਉਸ ਵੇਲੇ ਨੂੰ, ਸਮੇਂ ਨੂੰ ਪਹਿਲਾਂ ਲੈ ਕੇ ਆਉਂਦਾ ਹੈ ਤੇ ਮਾਂ ਮਰੀਮ ਦੇ ਕਹਿਣ ਤੇ ਹੀ ਪਾਣੀ ਨੂੰ ਅੰਗੂਰੀ ਮੈਲ ਵਿੱਚ ਬਦਲਦਿਆਂ ਆਪਣਾ ਪਹਿਲਾ ਚਮਤਕਾਰ ਕਰਦਾ ਹੈ। ਚਮਤਕਾਰ ਵੇਖਣ ਤੋਂ ਬਾਅਦ ਹੀ ਬਾਕੀ ਸਾਰੇ ਲੋਕ ਪ੍ਰਭੂ ਯਿਸੂ ਤੇ ਵਿਸ਼ਵਾਸ ਕਰਨਾ ਸ਼ੁਰੂ ਕਰਦੇ ਹਨ, ਪਰ ਮਾਂ ਮਰੀਮ ਉਹਨਾਂ ਵਿੱਚੋਂ ਨਹੀਂ ਹੈ। ਮਾਂ ਮਰੀਮ ਪਹਿਲਾਂ ਹੀ ਉਸ ਉੱਤੇ ਵਿਸ਼ਵਾਸ ਕਰਦੀ ਹੈ। ਮਾਂ ਮਰੀਮ ਯਾਨੀ ਕਿ ਪ੍ਰਭੂ ਯਿਸੂ ਦੇ ਸਾਰੇ ਚੇਲਿਆਂ ਜਾਂ ਰਸੂਲਾਂ ਦੇ ਵਿੱਚੋਂ ਪਹਿਲਾ ਸ਼ਖਸ ਹੈ, ਪਹਿਲੀ ਰਸੂਲ ਹੈ ਜੋ ਪ੍ਰਭੂ ਯਿਸੂ ਦੀ ਸੱਚੀ ਪੈਰੋਕਾਰ ਹੈ ਤੇ ਉਸ ਨੂੰ ਇਹਨਾਂ ਚਮਤਕਾਰਾਂ ਦੀ ਲੋੜ ਨਹੀਂ ਹੈ। ਉਸ ਨੂੰ ਪਤਾ ਹੈ, ਉਸ ਨੂੰ ਪੂਰਾ ਵਿਸ਼ਵਾਸ ਹੈ ਇਹ ਖੁਦਾ ਦਾ ਬੇਟਾ ਹੈ ਤੇ ਸਾਰਾ ਕੁਝ ਕਰੇਗਾ। ਇਹ ਵਿਸ਼ਵਾਸ ਹੈ ਮਾਂ ਮਰੀਮ ਦਾ। ਅਸੀਂ ਜਦੋਂ ਵੀ ਰੋਸੀ ਪੜ੍ਹਦੇ ਹਾਂ, ਅਸੀਂ ਮਾਂ ਮਰੀਮ ਦੀ ਸਿਫਾਰਿਸ਼ ਦੀ ਮੰਗ ਕਰਦੇ ਹਾਂ, ਉਹਦੀਆਂ ਪ੍ਰਾਰਥਨਾਵਾਂ ਦੀ ਮੰਗ ਕਰਦੇ ਹਾਂ ਕਿ ਸਾਡੇ ਥਾਂ ਤੇ ਮਾਂ ਮਰੀਮ ਖੁਦਾ ਅੱਗੇ ਪ੍ਰਾਰਥਨਾ ਕਰੇ। ਤੇ ਜੇਕਰ ਮਾਂ ਮਰੀਮ ਖੁਦਾ ਅੱਗੇ ਪ੍ਰਾਰਥਨਾ ਕਰੇਗੀ ਤਾਂ ਸਾਰੀਆਂ ਬੇਨਤੀਆਂ ਪ੍ਰਾਰਥਨਾਵਾਂ ਖੁਦਾ ਬਿਨਾਂ ਕਿਸੇ ਦੇਰ ਦੇ, ਬਿਨਾਂ ਇਨਕਾਰ ਕੀਤਿਆਂ ਉਹ ਪ੍ਰਾਰਥਨਾਵਾਂ ਦਾ ਉੱਤਰ ਪ੍ਰਦਾਨ ਕਰੇਗਾ। ਅੱਜ ਆਪਾਂ ਵੇਖ ਰਹੇ ਹਾਂ ਕਿ ਲੁਰਦਸ ਵਿਖੇ ਮਾਂ ਮਰੀਮ ਨੇ 11 ਫਰਵਰੀ 1858 ਵਿੱਚ ਬਰਨਾਦਿਤ ਨੂੰ ਦਰਸ਼ਨ ਦਿੱਤੇ। ਜਦੋਂ ਬਰਨਾਦਿਤ ਨੂੰ ਦਰਸ਼ਨ ਦਿੱਤੇ ਉਸ ਨੂੰ ਹੋਰ ਕੁਝ ਨਹੀਂ ਪੁੱਛਿਆ, ਉਸ ਨੂੰ ਸਿਰਫ ਰੂਹਾਂ ਦੇ ਬਚਾਅ ਦੇ ਲਈ, ਰੋਜ਼ੀ ਪੜ੍ਹਨ ਦੇ ਲਈ ਉਸ ਨੂੰ ਪੁੱਛਿਆ। ਬਸ ਉਦੋਂ ਤੋਂ ਹੀ ਰੋਜ਼ੀ ਪੜ੍ਹਦੀ ਹੈ। ਰੋਜ਼ੀ ਪੜ੍ਹਨ ਦੇ ਰਾਹੀਂ ਬਹੁਤ ਸਾਰੇ ਲੋਕਾਂ ਦਾ ਬਚਾਅ ਹੁੰਦਾ, ਬਹੁਤ ਸਾਰੇ ਰੂਹਾਂ ਦਾ ਬਚਾਅ ਹੁੰਦਾ ਆ। ਬਹੁਤ ਸਾਰੇ ਲੋਕ ਮਾਂ ਮਰੀਮ ਦੇ ਰਾਹੀਂ ਪ੍ਰਭੂ ਦੀਆਂ ਬਰਕਤਾਂ ਹਾਸਲ ਕਰਦੇ ਆ। ਇਸ ਕਰਕੇ ਪਿਆਰਿਓ, ਜਦੋਂ ਅਸੀਂ ਮਾਂ ਮਰੀਮ ਦੇ ਸੰਬੰਧ ਵਿੱਚ ਕੋਈ ਵੀ ਰੀਤ ਜਾਂ ਕੋਈ ਈਦ ਜਾਂ ਕੋਈ ਵੀ ਰਸਮ ਨੂੰ ਅਦਾ ਕਰਦੀਆਂ, ਇਹ ਸਮਝ ਲਓ ਅਸੀਂ ਮਾਂ ਮਰੀਮ ਦੀ ਪੂਜਾ ਵਗੈਰਾ ਨਹੀਂ ਕਰਦੇ। ਅਸੀਂ ਸਿਰਫ ਉਹਦੀ ਪ੍ਰਾਰਥਨਾ ਦੀ ਮੰਗ ਕਰਦੇ ਹਾਂ, ਉਹਦੀ ਸਿਫਾਰਿਸ਼ ਦੀ ਮੰਗ ਕਰਦੇ ਹਾਂ, ਕਿਉਂਕਿ ਉਸਦੀ ਜੋ ਸਿਫਾਰਿਸ਼ ਹੈ ਸਭ ਤੋਂ ਵੱਧ ਸ਼ਕਤੀਸ਼ਾਲੀ ਹੈ। ਆਓ ਅਸੀਂ ਮਾਂ ਮਰੀਮ ਦੀ ਸਿਫਾਰਿਸ਼ ਦੇ ਰਾਹੀਂ ਇਕੱਠੇ ਮਿਲ ਕੇ ਖੁਦਾ ਦੇ ਚਰਨਾਂ 'ਚ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਧੰਨਵਾਦ ਕਰਦੇ ਹਾਂ, ਤੁਹਾਡੀ ਮਹਿਮਾ ਵਡਿਆਈ ਕਰਦੇ ਹਾਂ ਅੱਜ ਦੇ ਦਿਨ ਦੇ ਲਈ, ਇਸ ਈਦ ਦੇ ਲਈ, ਮਾਂ ਮਰੀਮ ਦੇ ਮਹਾਨ ਤੋਹਫੇ ਦੇ ਲਈ। ਅੱਜ ਅਸੀਂ ਮਾਂ ਮਰੀਮ ਦੀ ਸਿਫਾਰਿਸ਼ ਮੰਗਦੇ ਹਾਂ, ਆਪਣੇ ਸਾਰੇ ਬਿਮਾਰ ਭੈਣਾਂ ਭਰਾਵਾਂ ਨੂੰ ਤੁਹਾਡੇ ਚਰਨਾਂ ਵਿੱਚ ਸੌਂਪਦੇ ਹਾਂ। ਐ ਪ੍ਰਭੂ ਜੀ, ਉਹਨਾਂ ਸਾਰਿਆਂ ਨੂੰ ਆਪਣੀ ਦਇਆ ਵਿੱਚ ਚੰਗੀ ਸਿਹਤ ਅਤੇ ਤੰਦਰੁਸਤੀ ਪ੍ਰਦਾਨ ਕਰੋ। ਅਸੀਂ ਇਹ ਮੰਗਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ। ਭਲੇ ਆਈਆਂ ਜਦੋਂ ਯਾਦ ਕਰਾਂ, ਤਾਰੀਫ ਦਾ ਮੈਂ ਦੇਵਾਂ ਬਲੀਦਾਨ। ਭਲੇ ਆਈਆਂ ਜਦੋਂ ਯਾਦ ਕਰਾਂ, ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ
ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਤਰਸਮੰਦ ਖੁਦਾ, ਸਾਡੇ ਤੋਹਫਿਆਂ ਨੂੰ ਕਬੂਲ ਕਰ ਜੋ ਅਸੀਂ ਕੁਆਰੀ ਮਾਂ ਮਰੀਮ ਦੇ ਆਦਰ ਵਿੱਚ ਤੈਨੂੰ ਚੜਾਉਂਦੇ ਹਾਂ। ਸਾਡੇ ਜੀਵਨ ਨੂੰ ਆਪਣੇ ਲਈ ਪ੍ਰਵਾਨਯੋਗ ਸਦੀਵੀ ਕੁਰਬਾਨੀ ਵਿੱਚ ਤਬਦੀਲ ਕਰ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਧੰਨ ਕੁਆਰੀ ਮਰੀਮ ਦੀ ਯਾਦ ਮਨਾਉਂਦੇ ਹੋਏ ਸਾਡਾ ਮਨ ਉਸ ਦੇ ਧੰਨਵਾਦ ਦੇ ਗੀਤ ਨਾਲ ਗੂੰਜ ਉੱਠੇ। ਤੋ ਸਾਰੀ ਦੁਨੀਆ ਉੱਤੇ ਕਿੰਨੇ ਅਨੋਖੇ ਕੰਮ ਕੀਤੇ ਹਨ। ਸਾਰੀ ਮਨੁੱਖ ਜਾਤੀ ਪੀੜ੍ਹੀ ਪੀੜ੍ਹੀ ਤੇਰੇ ਪਿਆਰ ਦੀ ਮਹਾਨਤਾ ਦੀ ਹਿੱਸੇਦਾਰ ਹੋਈ ਹੈ। ਤੂੰ ਆਪਣੀ ਦੀਨ ਦਾਸੀ ਮਰੀਮ ਦੀ ਹਲੀਮੀ ਉੱਤੇ ਕਿਰਪਾ ਦੀ ਨਜ਼ਰ ਕੀਤੀ, ਉਸ ਦੀ ਸ਼ਾਨ ਵਧਾਈ ਅਤੇ ਉਸ ਤੋਂ ਦੁਨੀਆ ਦੀ ਮੁਕਤੀ ਦਾਤੇ ਤੇਰੇ ਬੇਟੇ ਯਿਸੂ ਮਸੀਹ ਸਾਡੇ ਪ੍ਰਭੂ ਦੀ ਮਾਂ ਬਣਨ ਦਾ ਰੁਤਬਾ ਬਖਸ਼ਿਆ ਹੈ। ਇਸ ਲਈ ਫਰਿਸ਼ਤਿਆਂ ਅਤੇ ਮਹਾਂਫਰਿਸ਼ਤਿਆਂ ਅਤੇ ਸਾਰੇ ਸਵਰਗੀ ਲਸ਼ਕਰਾਂ ਨਾਲ ਮਿਲ ਕੇ ਅਸੀਂ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਸਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫੇਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫੇਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਦੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ
ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤਾਂ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਸਨ ਯੂਸਫ ਦੇ ਨਾਲ, ਤਾਂ ਰਸੂਲਾਂ, ਸੰਤਨੀ ਬਰਨਾਦਿਤ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਇਸ ਤੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲਤ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। ਆਓ ਅਸੀਂ ਪੂਰਨ ਭਰੋਸਾ ਰੱਖਦੇ ਹੋਏ ਸ਼ਬਦਾਂ ਵਿੱਚ ਉਸੇ ਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ, ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੇ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਇਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੁਝੇ ਜਿੰਦਾ ਤੇ ਰਾਜ ਕਰਨਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੈ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੈ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੈ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੀਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ।
बेपरवाही त्याग के पाई, सबनू बुलावे पालो रिहाई। बेपरवाही त्याग के पाई, सबनू बुलावे पालो रिहाई। भक्ति सुनहरी लवो ना गुआ, प्यारा मसीहा लवेगा। आ जाओ ना बोझे उठाओ, प्यारा मसीहा लवेगा। प्यारा मसीहा लवेगा उठा। ਅਸੀਂ ਪ੍ਰਾਰਥਨਾ ਕਰੀਏ। ऐ खुदा साडे बाप, तेरे बेटे प्रभु यीशु मसीह दी माता मरियम दे आदर विच चढ़ाई गई इस पाक मास विच तो सानू अपनी मुक्ति दे हिस्सेदार बनाया है। बख्श दे कि असी तेरियां बरकतां दी भरपूरी पाइए अते हमेशा हो डुंगियाई नाल नजात दे भेद दे हिस्सेदार बणीए। साडे प्रभु यीशु मसीह दे राहीं आमीन। प्रभु तुहाडे नाल होवे ਅਤੇ ਤੁਹਾਡੀ रूह नाल भी होवे। सर्वशक्तिमान खुदा बाप ਅਤੇ बेटा ਤੇ रूह पाक ਤੁਹਾਨੂੰ ਸਭ ਨੂੰ ਬਰਕਤ ਦੇਵੇ। आमीन। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। खुदा दा शुक्र होवे। दुआ याद कर याद कर ऐ निहायत मेहरबान कुआरी मरियम, पहले कदी नहीं सुनिया गया कि कोई भी तेरी पनाह लभदिया, तेरी मदद चाहदिया, तेरी सिफारिश मंगदिया ते तो खाली गया होवे। ऐ कुआरी कुआरियां दी अते मेरी मां, इस तसल्ली नाल मैं तेरे कोल नसी आउंदी हां अते तेरे अगे खलो के मैं गुनाही रोंदी हां। ऐ दे तारी होवे कलाम दी मां, तू मेरी अर्ज़ां नूं हकीर ना जान, सगों मेहरबानी नाल सुन अते कबूल कर। आमीन। मां मरियम शांति दी रानी साडे लई दुआ कर। लुरदस कैसा सोना था, जिस था बरनादत वेखी, मरियम अरशां दी रानी, अरशां दी रानी। लुरदस कैसा सोना था, जिस था बरनादत वेखी, मरियम अरशां दी रानी, अरशां दी रानी। तुरदी बरनादत खलो गई, दिल विच कहंदी इत्थे की गल हो गई। चानन दे वल वेखदियां नजरी मां मरियम आई, चमके पोशाक नूरानी, शक्ल निरानी। लुरदस कैसा सोना था, जिस था बरनादत वेखी, मरियम अरशां दी रानी, अरशां दी रानी। मरियम अरशां दी रानी, अरशां दी रानी। मरियम अरशां दी रानी, अरशां दी रानी।